Good morning, students. Beta, I hope you are all fit and fine at your home. So, beta, last class 'ਚ ਅਸੀਂ NPO finish ਕੀਤਾ ਸੀਗਾ, not for profit organization, ਉਸਦੀ theory, numerical ਸਭ ਕੁਝ complete ਹੈ। I hope ਕਿ ਤੁਸੀਂ ਉਹਦੀ questions ਨੇ ਜਿਹੜੇ ਉਹ solve ਕਰਕੇ ਦੇਖੇ ਹੋਣਗੇ, ਠੀਕ ਹੈ। ਔਰ ਉਹ ਅਗਰ ਕੋਈ ਵੀ ਪ੍ਰੋਬਲਮ ਹੈ ਤਾਂ ਤੁਸੀਂ ਐਨੀ ਟਾਈਮ ਮੇਰੇ ਤੋਂ ਪੁੱਛ ਸਕਦੇ ਹੋ। ਸੋ ਬੇਟਾ ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਟਰਮ 2 ਦਾ ਸੈਕਿੰਡ ਚੈਪਟਰ ਜੋ ਆਪਾਂ ਇਨਕਲੂਡ ਕਰ ਰਹੇ ਹਾਂ ਉਹ ਹੈਗਾ ਰਿਟਾਇਰਮੈਂਟ ਔਰ ਡੈਥ ਆਫ ਪਾਰਟਨਰ। ਰਿਟਾਇਰਮੈਂਟ ਔਰ ਡੈਥ ਆਫ ਪਾਰਟਨਰ, ਠੀਕ ਹੈ। ਸੋ ਬੇਟਾ ਇਸ ਤੋਂ ਪਹਿਲਾਂ ਜਿਹੜਾ ਆਪਣਾ ਐਡਮਿਸ਼ਨ ਆਫ ਪਾਰਟਨਰ ਸੀਗਾ, ਗੁੱਡਵਿਲ ਸੀਗਾ, ਠੀਕ ਹੈ, ਜਾਂ ਚੇਂਜ ਇਨ ਪ੍ਰੋਫਿਟ ਸ਼ੇਅਰਿੰਗ ਰੇਸ਼ੋ, ਉਹ ਵੀ ਪਾਰਟਨਰਸ਼ਿਪ ਦੀਆਂ ਹੀ ਟਰਮਸ ਸੀਗੀਆਂ, ਪਾਰਟਨਰਸ਼ਿਪ ਦੇ ਪਾਰਟਸ ਸੀਗੇ, ਬਟ ਉਹ ਟਰਮ 1 ਜਾਂ ਸਮੈਸਟਰ 1 ਦੇ ਵਿੱਚ ਆਪਣਾ ਉਹ ਕਵਰ ਹੋ ਚੁੱਕਿਆ ਸੀਗਾ। ਹੁਣ ਲਾਸਟ ਜਿਹੜਾ ਸੈਕਿੰਡ ਸਮੈਸਟਰ ਹੈ ਉਹਦੇ ਪੁਆਇੰਟ ਆਫ ਵਿਊ ਦੇ ਨਾਲ ਆਪਣਾ ਇਹ ਵਾਲਾ ਚੈਪਟਰ ਹੈ ਜਿਹੜਾ ਉਹ ਸ਼ੁਰੂ ਕਰਨਾ ਹੈਗਾ। ਸੋ ਦਾ ਚੈਪਟਰ ਇਹ ਐਡਮਿਸ਼ਨ ਦੇ ਨਾਲ ਮਿਲਦਾ ਜੁਲਦਾ ਹੈ ਕਾਫੀ ਹੱਦ ਤੱਕ, ਤੇ ਕੁਝ ਕੁ ਚੀਜ਼ਾਂ ਨੇ ਜਿਹੜੀਆਂ ਆਪਾਂ ਨੂੰ ਇਹਦੇ ਵਿੱਚ ਚੇਂਜਸ ਕਰਨੇ ਪੈਣਗੇ, ਉਹਨਾਂ ਨੂੰ ਆਪਾਂ ਸਿੱਖਾਂਗੇ ਕਿ ਕਿੱਦਾਂ ਜਿਹੜੀ ਚੀਜ਼ ਹੈ ਉਹ ਕਿੱਦਾਂ ਕੰਮ ਕਰਦੀ ਹੈ, ਠੀਕ ਹੈ। ਸੋ ਸ਼ੇਅਰਿੰਗ ਦਾ ਸਕਰੀਨ ਐਂਡ ਲੈਟਸ ਡੂ ਇਟ। ਹਾਂਜੀ, ਰੀਕਨਸਟੀਟਿਊਸ਼ਨ ਆਫ ਪਾਰਟਨਰਸ਼ਿਪ ਫਾਰਮ। ਸਭ ਤੋਂ ਪਹਿਲਾਂ ਹੈਗਾ ਆਪਣੇ ਕੋਲ ਰਿਟਾਇਰਮੈਂਟ ਔਰ ਡੈਥ ਆਫ ਪਾਰਟਨਰ। ਸੋ ਬੇਟਾ ਇਹਦੇ ਵਿੱਚ ਕੀ ਹੁੰਦਾ ਹੈ, ਸਾਨੂੰ ਦੱਸਿਆ ਗਿਆ ਹੈ ਕਿ ਯੂ ਮੇ ਹੈਵ ਲਰਨਡ retirement or death of partner also lead to reconstitution of firm। reconstitution means ਕੀ ਸੀਗਾ ਕਿ reconstitute ਕਰਨਾ ਪੈਂਦਾ ਸਾਰਾ ਸਿਸਟਮ ਸਾਨੂੰ ਕਿਹਦਾ, ਬਿਜ਼ਨਸ ਦਾ। ਤੇ ਇਹਦੇ ਵਿੱਚ ਕੀ ਹੈਗਾ, on the retirement or death of a partner the existing partnership deed comes to an end। ਜਦੋਂ ਆਪਾਂ ਐਡਮਿਸ਼ਨ ਕੀਤੀ ਸੀ ਤਾਂ ਉਹਦੇ ਵਿੱਚ ਇੱਕ ਚੀਜ਼ ਦੇਖੀ ਸੀ ਕਿ ਜਦੋਂ ਨਵਾਂ ਪਾਰਟਨਰ ਐਡ ਹੁੰਦਾ ਤਾਂ ਪੁਰਾਣੇ ਪਾਰਟਨਰਸ ਨੇ ਜਿਹੜੇ ਉਹ ਆਪਣਾ ਕੰਮ ਬੰਦ ਕਰ ਦਿੰਦੇ ਨੇ। ਕੰਮ ਬੰਦ ਕਰਨ ਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਫੈਕਟਰੀ ਬੰਦ ਕਰ ਦਿੰਦੇ ਨੇ ਜਾਂ ਆਪਣਾ ਕਾਰੋਬਾਰ ਬੰਦ ਕਰ ਦਿੰਦੇ। ਕਹਿਣ ਦਾ ਮਤਲਬ ਇਹ ਹੈ ਕਿ ਉਹ ਇਕੱਠੇ ਹੁਣ ਉਹ 3 ਜਣੇ ਮਿਲ ਕੇ ਕੰਮ ਕਰਨਾ ਸ਼ੁਰੂ ਕਰ ਦੇਣਗੇ। ਪਹਿਲਾਂ ਵਾਲਾ ਜਿਹੜਾ ਪ੍ਰੋਸੈਸ ਸੀ ਉਹ ਬਿਲਕੁਲ ਕੀ ਹੋ ਜਾਂਦਾ ਹੈ, ਬੰਦ ਹੋ ਜਾਂਦਾ, ਠੀਕ ਹੈ ਜੀ। ਆ ਨਿਊ ਪਾਰਟਨਰਸ਼ਿਪ ਜਦੋਂ ਨਵਾਂ ਪਾਰਟਨਰ ਆਉਂਦਾ ਤਾਂ ਉਸ ਟਾਈਮ ਤੇ ਵੀ ਰੀਕਨਸਟੀਟਿਊਸ਼ਨ ਦੀ ਜ਼ਰੂਰਤ ਪੈਂਦੀ ਹੈ, ਬਟ ਜਦੋਂ ਇੱਕ ਪੁਰਾਣਾ ਪਾਰਟਨਰ ਛੱਡ ਕੇ ਜਾਂਦਾ ਤਾਂ ਉਸ ਟਾਈਮ ਤੇ ਵੀ ਸਾਡੇ ਜਿਹੜੇ ਅਕਾਊਂਟਸ ਨੇ ਉਹਨਾਂ ਨੂੰ ਆਪਾਂ ਸਾਰਿਆਂ ਨੂੰ ਚੈੱਕ ਆਊਟ ਕਰਦੇ ਆ ਤੇ ਸਹੀ ਤਰੀਕੇ ਨਾਲ ਉਹਨਾਂ ਤੋਂ ਕੰਮ ਲੈਂਦੇ ਆ, ਠੀਕ ਹੈ। ਸੋ ਕਿਉਂਕਿ ਜਦੋਂ ਪਾਰਟਨਰ ਚਲਾ ਜਾਊਗਾ ਤਾਂ ਉਹਦੀ ਆਪਣੇ ਆਰਗੇਨਾਈਜੇਸ਼ਨ ਦੇ ਵਿੱਚ ਕੋਈ ਵੀ ਡੀਲਿੰਗ ਨਹੀਂ ਰਹਿਣੀ, ਇਸ ਕਰਕੇ ਆਪਾਂ ਉਹ ਚੀਜ਼ ਨੂੰ ਅਵੋਇਡ ਕਰਦੇ ਆ ਤੇ ਜਿਹੜੇ ਪਾਰਟਨਰ ਸਿਰਫ ਆਰਗੇਨਾਈਜੇਸ਼ਨ ਦੇ ਵਿੱਚ ਰਹਿਣਗੇ, ਕੰਮ ਕਰਨਗੇ, ਉਹਨਾਂ ਨੂੰ ਹੀ ਲੈ ਕੇ ਅੱਗੇ ਫਰਦਰ ਚੱਲਦੇ ਆ, ਠੀਕ ਹੈ ਜੀ। ਤਾਂ ਇਹਨਾਂ ਨੇ ਕੀ ਕਿਹਾ ਹੈ, ਆ ਨਿਊ ਪਾਰਟਨਰ A new partnership deed needs to be framed whereby new partnership deed ਹੈ ਜਿਹੜੀ ਉਹ frame ਕਰਨੀ ਪੈਂਦੀ ਹੈ। The remaining partner continue to do their business on changed terms and conditions। ਜਿਹੜੇ ਰਿਮੇਨਿੰਗ ਪਾਰਟਨਰਸ ਨੇ ਉਹ ਕੀ ਕਰਦੇ ਨੇ, ਉਸੇ ਟਰਮਸ ਤੇ ਕੰਡੀਸ਼ਨ ਦੇ ਬਿਹਾਫ ਤੇ ਕੰਮ ਕਰਨਾ ਜਿਹੜਾ ਉਹ ਚਾਲੂ ਰੱਖਦੇ ਨੇ, ਉਹਨਾਂ ਹੀ ਕੰਡੀਸ਼ਨ ਤੇ। There is not much difference in the accounting treatment at the time of ਰਿਟਾਇਰਮੈਂਟ ਔਰ ਈਵਨ ਦਾ ਡੈਥ। ਸੋ ਰਿਟਾਇਰਮੈਂਟ ਤੇ ਡੈਥ ਦੇ ਕੇਸ ਮਿਲਦੇ ਜੁਲਦੇ ਹੁੰਦੇ ਨੇ, ਇਹਨਾਂ 'ਚ ਕੁਝ ਜ਼ਿਆਦਾ ਫਰਕ ਨਹੀਂ ਹੁੰਦਾ। In both the cases we are required to determine the sum due to retiring partner and to the legal representative। ਠੀਕ ਹੈ ਜੀ, ਸਾਨੂੰ ਕੀ ਕਰਨਾ ਪੈਂਦਾ ਹੈ,
ਡਿਟਰਮਿਨ ਕਰਨਾ ਪੈਂਦਾ ਟੂ ਡਿਟਰਮਿਨ ਦਾ ਸਮ ਡਿਊ, ਕਿੰਨੀ ਕੁ ਜਿਹੜੀ ਰਿਟਾਇਰਮੈਂਟ ਜਿਹੜਾ ਪਾਰਟਨਰ ਹੈ ਉਹਨੂੰ ਜਿਹੜੀ ਆਪਾਂ ਪੇਮੈਂਟ ਕਰਨੀ ਹੈ। ਓਬਵੀਅਸਲੀ ਜਦੋਂ ਉਹ ਛੱਡ ਕੇ ਜਾਊਗਾ ਤਾਂ ਉਹਨੂੰ ਉਹਦਾ ਹਿੱਸਾ ਤਾਂ ਦੇਣਾ ਪੈਣਾ ਨਾ, ਠੀਕ ਹੈ। ਤੇ ਅਗਰ ਕਿਸੇ ਪਰਸਨ ਦੀ ਡੈਥ ਹੋ ਰਹੀ ਹੈ ਤਾਂ ਉੱਥੇ ਆਪਾਂ ਕੀ ਕਰਾਂਗੇ, ਜਿਹੜਾ ਡਿਸੀਜ਼ਡ ਪਰਸਨ ਹੈ ਉਹਦਾ ਜਿਹੜਾ ਵੀ ਲੀਗਲ ਰਿਪਰੈਜ਼ੈਂਟੇਟਿਵ ਹੈ, ਯਾਨੀ ਕਿ ਉਹਦੀ ਡੈਥ ਤੋਂ ਬਾਅਦ ਜਿਹੜਾ ਵੀ ਅਧਿਕਾਰੀ ਹੈ ਉਹਦਾ ਉੱਤਰਾਧਿਕਾਰੀ ਹੈ, ਉਹਨੂੰ ਆਪਾਂ ਸਾਰੀ ਕੈਲਕੂਲੇਸ਼ਨ ਵਗੈਰਾ ਜੋ ਵੀ ਹੈ ਪ੍ਰੋਸੀਜਰ ਹੈ ਕਰਕੇ ਉਹਨੂੰ ਪੇਮੈਂਟ ਹੈ ਜਿਹੜੀ ਕਰਾਂਗੇ, ਠੀਕ ਹੈ ਜੀ। ਆਫਟਰ ਮੇਕਿੰਗ ਨੈਸੈਸਰੀ ਐਡਜਸਟਮੈਂਟ ਇਨ ਰਿਸਪੈਕਟ ਆਫ ਗੁੱਡਵਿਲ, ਸੋ ਇੱਥੇ ਸਭ ਤੋਂ ਜ਼ਿਆਦਾ ਕਿਹਦੀ ਜ਼ਰੂਰਤ ਪੈਂਦੀ ਹੈ, ਗੁੱਡਵਿਲ ਕੈਲਕੂਲੇਸ਼ਨ ਦੀ। ਰੀਵੈਲਿਊ ਆਫ ਐਸੈਟ ਐਂਡ ਲਾਇਬਿਲਿਟੀ, revaluation of assets and assets and liabilities and transfer of accumulated profit and losses. In addition, we may also have to compute the new profit sharing ratio among the remaining partners. So ਜਿਹੜੇ ਪੁਰਾਣੇ ਪਾਰਟਨਰ ਨੇ ਹੁਣ ਕੰਟੀਨਿਊ ਰੱਖਣਗੇ ਆਪਣਾ ਕੰਮ, ਤਾਂ ਉਹਨਾਂ ਦੀ ਜਿਹੜੀ ਰੇਸ਼ੋ ਹੈਗੀ ਕੰਮ ਕਰਨ ਦੀ, ਉਹਨਾਂ ਦੀ ਜਿਹੜੀ ਪਾਰਟਨਰਸ਼ਿਪ ਰੇਸ਼ੋ ਹੈਗੀ ਉਹਦੇ ਵਿੱਚ ਵੀ ਚੇਂਜਸ ਆਉਣਗੇ, ਤਾਂ ਆਪਾਂ ਉਹਨੂੰ ਵੀ ਕੀ ਕਰਾਂਗੇ, ਉਹਨੂੰ ਰੀਵੈਲੂਏਟ ਕਰਾਂਗੇ, ਠੀਕ ਹੈ ਜੀ। ਇਨ ਐਡੀਸ਼ਨ ਵੀ ਆਲਸੋ ਹੈਵ ਟੂ ਕੰਪਿਊਟ the new profit sharing ratio among the remaining partner, and so also their gaining ratio. Discover all these aspect in detail. So ਸਾਰੇ ਜਿਹੜੇ aspect ਨੇ ਉਹ ਕੀ ਕਰਦੇ ਆ, ਡਿਟੇਲ ਦੇ ਵਿੱਚ ਕਵਰ ਕਰੂਗੇ। हाँ जी, ascertaining the amount due to retiring or deceased partner, ਸਾਨੂੰ ਕਿੱਦਾਂ ਪਤਾ ਚੱਲੂਗਾ ਉਹ ਕਿ ਜਿਹੜੀ ਉਹਦੀ ਸਮ ਹੈ ਪੇਮੈਂਟ ਹੈ ਜਿਹੜੀ ਉਹਨੂੰ ਕਰਨੀ ਹੈ, ਉਹ ਕਿੱਦਾਂ ਆਪਾਂ ਨੇ ਫਾਈਂਡ ਆਊਟ ਕਰਨੀ ਹੈ। ਦੇਖੋ, sum due to retiring partner and to the legal representative executed include, ਕਿਹੜੀਆਂ ਚੀਜ਼ਾਂ ਨੇ ਉਹਦੇ ਵਿੱਚ ਇਨਕਲੂਡ ਹੁੰਦੇ ਨੇ। ਕ੍ਰੈਡਿਟ ਬੈਲੈਂਸ ਆਫ ਹਿਸ ਕੈਪੀਟਲ ਅਕਾਊਂਟ, ਅਗਰ ਉਹਦੇ ਖਾਤੇ ਦੇ ਵਿੱਚ ਕੋਈ ਵੀ ਕ੍ਰੈਡਿਟ ਬੈਲੈਂਸ ਪਿਆ, ਠੀਕ ਹੈ, ਤਾਂ ਉਹਨੂੰ ਪੇ ਕਰਨਾ ਪਏਗਾ। ਕ੍ਰੈਡਿਟ ਬੈਲੈਂਸ ਆਫ ਹਿਸ ਕਰੰਟ ਅਕਾਊਂਟ ਦੇ ਵਿੱਚ ਕੋਈ ਅਮਾਊਂਟ ਪਈ ਹੈ ਉਹ ਵੀ ਪੇ ਕਰਾਂਗੇ, ਠੀਕ ਹੈ ਜੀ। ਹਿਸ ਸ਼ੇਅਰ ਆਫ ਗੁੱਡਵਿਲ, ਉਹਦੀ ਗੁੱਡਵਿਲ ਦਾ ਅਗਰ ਕੋਈ ਸ਼ੇਅਰ ਹੈ, ਠੀਕ ਹੈ, ਉਹਨੂੰ ਵੀ ਕੀ ਕਰਾਂਗੇ, ਇੱਥੇ ਐਡ ਕਰਾਂਗੇ। ਹਿਸ ਸ਼ੇਅਰ ਆਫ ਐਕਿਊਮੂਲੇਟਡ ਪ੍ਰੋਫਿਟ, ਅਗਰ ਪ੍ਰੋਫਿਟਸ ਦੇ ਵਿੱਚ ਉਹਦਾ ਕੋਈ ਹਿੱਸਾ ਬਣਦਾ ਤਾਂ ਉਹ ਵੀ ਕਿਹਨੂੰ ਮਿਲੇਗਾ, ਉਹਨੂੰ ਪੇ ਕਰਨਾ ਬਿਜ਼ਨਸ ਵੱਲੋਂ ਜ਼ਰੂਰੀ ਹੈ। ਹਿਸ ਸ਼ੇਅਰ ਇਨ ਦਾ ਗੇਨ ਆਫ ਰੀਵੈਲਿਊਏਸ਼ਨ ਐਸਟ ਐਂਡ ਲਾਇਬਿਲਿਟੀਜ਼, ਦਾ ਉਹਦਾ ਸ਼ੇਅਰ ਕੀ ਹੈ, ਹਿਸ ਸ਼ੇਅਰ ਇਨ ਦਾ ਗੇਨ ਆਫ ਰੀਵੈਲਿਊਏਸ਼ਨ ਐਸਟਸ ਐਂਡ ਲਾਇਬਿਲਿਟੀਜ਼, ਜਿਹੜਾ ਉਹਦਾ ਸ਼ੇਅਰ ਹੈ ਉਹਦੇ ਵਿੱਚ ਜਿਹੜਾ ਉਹਨੂੰ ਐਸਟ ਤੇ ਲਾਇਬਿਲਿਟੀ ਤੇ ਗੇਨ ਮਿਲਿਆ ਉਹ ਵੀ ਉਹਨੂੰ ਆਪਾਂ ਪੇ ਕਰਾਂਗੇ ਇੱਥੇ, ਠੀਕ ਹੈ ਜੀ। His share his share of profit up to the date of retirement and death, तो उसका जो प्रॉफिट का हिस्सा है रिटायरमेंट और डेथ के टाइम पे, ठीक है, वो उसके अगर प्रॉफिट्स है, ठीक है। नेक्स्ट, इंटरेस्ट ऑन हिज कैपिटल इफ इन्वॉल्व्ड अप टू द डेट ऑफ रिटायरमेंट डेथ एंड रिटायरमेंट डेथ, सैलरी कमीशन अगर कोई हैगा वो भी उन्हें मिलेगा। द फॉलोइंग डिडक्शन इफ मे हैव टू मेड फ्रॉम दिस शेयर, तो ਜਿਹੜੀਆਂ ਡਿਡਕਸ਼ਨਸ ਨੇ ਜਿਹੜੀਆਂ ਚੀਜ਼ਾਂ ਨੂੰ ਪੇ ਕਰਨੀਆਂ ਪੈਣਗੀਆਂ ਉਹ ਕਿਹੜੀਆਂ ਨੇਗੀਆਂ, ਉਹ ਹੈਗੀਆਂ ਨੇ ਡੈਬਿਟ ਬੈਲੈਂਸ ਆਫ ਹਿਸ ਕਰੰਟ ਅਕਾਊਂਟ, ਅਗਰ ਉਹਨੇ ਬਿਜ਼ਨਸ ਨੂੰ ਕੁਝ ਪੇ ਕਰਨਾ ਹੈ, debit balance of his current account, his share of goodwill to be written off, ਜੋ ਵੀ ਉਹਦੀ ਗੁੱਡਵਿਲ ਦਾ ਸ਼ੇਅਰ ਹੈ ਜਿਹੜਾ ਰਿਟਨ ਆਫ ਕਰਕੇ ਉਹਦੇ ਅਕਾਊਂਟ 'ਚ ਡੈਬਿਟ ਹੋਇਆ ਹੋਇਆ ਉਹ ਵੀ ਡਿਡਕਟ ਹੋਏਗਾ। loss on the revaluation of asset, share of loss up to date of,
ਅਗਰ ਉਹਨੂੰ ਸ਼ੇਅਰ ਲੋਸ ਦੇ ਵਿੱਚ ਉਹਦਾ ਕੋਈ ਸ਼ੇਅਰ ਹੈ ਤਾਂ ਉਹ ਵੀ ਲੋਸ ਉਹਦੇ ਵਿੱਚ ਡਿਕਰੀਜ਼ ਕਰਾਂਗੇ ਉਹਦੀ ਅਮਾਊਂਟ ਤੋਂ। ਹਿਸ ਡਰਾਇੰਗਸ, ਅਗਰ ਉਹਦੇ ਕੋਈ ਡਰਾਇੰਗਸ ਨੇ ਉਸ ਡੇਟ ਤੱਕ ਉਹ ਵੀ ਲੈਸ ਹੋਣਗੇ। ਇੰਟਰਸਟ ਔਨ ਡਰਾਇੰਗਸ ਇਫ ਇਨਵੋਲਵਡ ਅਪ ਟੂ ਦਾ ਡੇਟ ਆਫ ਰਿਟਾਇਰਮੈਂਟ ਦੀ ਡੇਟ ਤੱਕ ਅਗਰ ਕੋਈ ਵੀ ਉਹਦੇ ਸਿਰ ਤੇ ਕੋਈ ਕਰਜ਼ਾ ਖੜਾ, ਕੋਈ ਵੀ ਪੇਮੈਂਟ ਹੈ ਜਿਹੜੀ ਉਹਨੇ ਬਿਜ਼ਨਸ ਨੂੰ ਕਰਨੀ ਹੈ ਤਾਂ ਉਹ ਸਾਰੀਆਂ ਕੀ ਹੋਣਗੀਆਂ, ਇਨਕਲੂਡ ਕਰਨੀਆਂ ਪੈਣਗੀਆਂ। ਠੀਕ ਹੈ ਜੀ। ਡਜ਼ ਐਜ਼ in the case of admission the various accounting aspects involved retirement or death of a partner are as follows: ascertaining of new profit sharing and gaining ratio। ਦੇਖੋ ਸਭ ਤੋਂ ਪਹਿਲਾਂ ਸਾਨੂੰ new profit sharing ratio ਹੈ ਜਿਹੜੀ ਉਹ ਕੀ ਕਰਨੀ ਪਏਗੀ, ਲੈ ਕੇ ਆਉਣੀ ਪਏਗੀ। ਤੇ ਪ੍ਰੋਫਿਟ ਸ਼ੇਅਰਿੰਗ ਤੇ ਗੇਨਿੰਗ ਰੇਸ਼ੋ ਕਿਹਨੂੰ ਗੇਨ ਹੋਇਆ। ਹੁਣ ਗੇਨਿੰਗ ਰੇਸ਼ੋ ਦੀ ਸਾਨੂੰ ਕਿੱਥੇ ਜ਼ਰੂਰਤ ਪੈਂਦੀ ਹੈ, ਜਦੋਂ ਅਸੀਂ ਗੁੱਡਵਿਲ ਦੀ ਪੇਮੈਂਟ ਕਰਨੀ ਹੈ ਜਾਂ ਗੁੱਡਵਿਲ ਦਾ ਟ੍ਰੀਟਮੈਂਟ ਕਰਾਂਗੇ। ਹਾਂਜੀ, ਸੈਕੰਡ ਹੈਗਾ ਟ੍ਰੀਟਮੈਂਟ ਆਫ ਗੁੱਡਵਿਲ, revaluation of asset and liabilities as an adjustment in respect of unrecorded asset and liabilities, distribution of accumulated profit and losses, ਜਿਹੜੇ accumulated profit ਤੇ loss ਨੇ ਉਹਨਾਂ ਨੂੰ distribute ਕਰਨਾ। ascertainment of share of profit or loss up to date of retirement। ਸੋ ਉਸ ਤਰੀਕ ਤੱਕ ਉਹਦੇ ਪ੍ਰੋਫਿਟ ਜਾਂ ਲੋਸ ਵਿੱਚ ਅਗਰ ਕੋਈ ਹਿੱਸਾ ਹੈਗਾ ਤਾਂ ਆਪਾਂ ਉਹ ਵੀ ਫਾਈਂਡ ਆਊਟ ਕਰਨਾ ਰਿਟਾਇਰਮੈਂਟ ਜਾਂ ਡੈਥ ਦੀ ਡੇਟ ਤੋਂ ਤੱਕ। ਐਡਜਸਟਮੈਂਟ ਆਫ ਕੈਪੀਟਲ, ਜੇ ਕੋਈ ਐਡਜਸਟਮੈਂਟ ਹੈ ਤਾਂ ਉਹ ਵੀ ਕਰਾਂਗੇ ਆਪਾਂ। ਸੈਟਲਮੈਂਟ ਆਫ ਦਾ ਅਕਾਊਂਟਸ, settlement of the amount due to retired or deceased partner, account ਦੀ settlement ਕਰਨੀ, settlement of amount, ਕਿੰਨੀ ਅਮਾਊਂਟ ਹੈ ਕਿ ਜਿਹੜੀ ਇਹਨੂੰ ਪੇ ਹੋਣੀ ਹੈ, ਉਹ ਸਾਰੀ ਨੂੰ ਆਪਾਂ ਨੇ ਧਿਆਨ ਨਾਲ ਸਾਰਾ ਕਲੀਅਰ ਕਰਕੇ ਵੇਖਣਾ ਤੇ ਉਹਦੇ ਅਕਾਊਂਟ ਬਣਾਉਣਾ ਫਿਰ। ਠੀਕ ਹੈ। New profit sharing ratio. New profit sharing ratio is the ratio in which the remaining partner will share future profit after the retirement or death of any partner। ਹੁਣ ਜਿਹੜਾ ਹੈਗਾ ਨਿਊ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਦੇ ਵਿੱਚ ਕੀ ਹੈ, ਜਿਹੜਾ ਰਿਮੇਨਿੰਗ ਨਿਊ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਕੀ ਹੈ, ਇੱਕ ਰੇਸ਼ੋ ਹੈ ਜਿਹਦੇ ਵਿੱਚ ਰਿਮੇਨਿੰਗ ਪਾਰਟਨਰ ਵਿਲ ਸ਼ੇਅਰ ਪ੍ਰੋਫਿਟ, ਫਿਊਚਰ ਦੇ ਪ੍ਰੋਫਿਟ ਨੇ ਉਹ ਸ਼ੇਅਰ ਕਰਨਗੇ ਆਫਟਰ ਦਾ ਰਿਟਾਇਰਮੈਂਟ ਔਰ ਡੈਥ ਆਫ ਐਨੀ ਪਾਰਟਨਰ। ਤਾਂ ਜਿਹੜੇ ਪਾਰਟਨਰ ਰਹਿ ਗਏ ਆ ਪਿੱਛੇ, ਇੱਕ ਤਾਂ ਚਲਾ ਗਿਆ ਜਾਂ ਫਿਰ ਉਹਦੀ ਡੈਥ ਹੋ ਗਈ, ਉਸ ਤੋਂ ਬਾਅਦ ਜਿਹੜੇ ਪਾਰਟਨਰ ਬਚੇ ਉਹ ਕੀ ਕਰਨਗੇ, ਉਹ ਫਿਊਚਰ ਪ੍ਰੋਫਿਟ ਰੇਸ਼ੋ ਨੂੰ ਆਪਣੀ ਨੂੰ ਕਿਸ ਤਰ੍ਹਾਂ ਜਿਹੜਾ ਹੈਗਾ ਮੈਜ਼ਰ ਕਰਨਗੇ, ਉਹਦੇ ਲਈ ਆਪਾਂ ਰੇਸ਼ੋ ਹੈ ਜਿਹੜੀ ਉਹ ਬਣਾਉਣੀ ਹੈ। The new share of each of remaining partner will consist of own share in firm plus the share acquired from retiring or deceased partner। ਉਹਨਾਂ ਦਾ ਜਿਹੜਾ ਆਪਣਾ ਸ਼ੇਅਰ ਹੈਗਾ ਸੀ ਉਹ ਤਾਂ ਹੈਗਾ ਹੀ ਸੀਗਾ, ਬਟ ਜਿਹੜਾ ਪਾਰਟਨਰ ਛੱਡ ਕੇ ਗਿਆ, ਠੀਕ ਹੈ, ਜਾਂ ਜਿਹਦੀ ਡੈਥ ਹੋਈ ਹੈ, ਉਹਦਾ ਸ਼ੇਅਰ ਵੀ ਇਹਨਾਂ ਦੇ ਵਿੱਚ ਹੀ ਇਨਕਲੂਡ ਹੋਏਗਾ। ਠੀਕ ਹੈ। Consider the following situation. Firstly, normally the continuing partner acquire the share of retiring or deceased partner in the old profit sharing ratio। old profit sharing ratio ਚ ਕਰਦੇ ਹੈ, acquire ਕਰਦੇ ਹੈ, and there is no need to compute the new profit sharing ratio। ਜੇ ਉਹ old ratio ਚ ਕਰ ਰਹੇ ਫਿਰ ਸਾਨੂੰ new ratio ਦੇ ਉੱਪਰ ਕੋਈ ਜ਼ਰੂਰਤ ਨਹੀਂ ਹੈਗੀ, ਨਿਊ ਰੇਸ਼ੋ ਬਣਾਉਣ ਦੀ ਕੋਈ ਜ਼ਰੂਰਤ ਨਹੀਂ ਕੰਪਿਊਟ ਕਰਨ ਦੀ। ਅਗਰ as it will same as the old profit sharing ratio। ਠੀਕ ਹੈ। ਜਦੋਂ ਉਹ ਵਿੱਚ ਇੱਕ ਪਾਰਟਨਰ ਚਲਾ ਗਿਆ, ਆਪਾਂ ਕੋਈ ਵੀ ਨਵੀਂ ਰੇਸ਼ੋ ਨਹੀਂ ਸ਼ੋ ਹੋਈ ਹੈਗੀ ਤਾਂ ਫਿਰ ਉਹ ਪੁਰਾਣੀ ਨੂੰ ਹੀ ਮੰਨ ਕੇ ਚੱਲਾਂਗੇ, ਚੱਲ ਰਿਹਾ ਕਿ ਉਹੀ ਰੇਸ਼ੋ ਚੱਲੇਗੀ। ਅੱਗੇ ਕੀ ਕਿਹਾ ਇਹਨਾਂ ਨੇ, in fact in the absence of any information regarding profit sharing ratio in which the remaining partner acquire the share of retiring or deceased partner। ਅਗਰ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਕਿ ਉਹ ਆਪਣਾ ਹਿੱਸਾ ਕਿਵੇਂ ਲੈਣਗੇ ਤਾਂ ਆਪਾਂ ਕੀ ਕਹਿੰਦੇ ਹਾਂ, it is assumed that they will acquire it in the old profit sharing ratio। ਤਾਂ ਆਪਾਂ old profit sharing ratio ਲੈ ਕੇ ਚੱਲ ਸਕਦੇ ਹਾਂ। ਠੀਕ ਹੈ। So share in the future profit in their old ratio। For example, Asha, Dipti and Nisha are partners in a firm sharing profits and losses in the ratio of 3:1। 3:1 ratio ਦੇ ਵਿੱਚ ਜਿਹੜੇ ਹੈਗੇ ਨੇ ਇਹਨਾਂ ਨੇ ਪ੍ਰੋਫਿਟਸ ਹੋਣਗੇ। ਇੱਕ ਦਿਪਤੀ ਰਿਟਾਇਰ, ਦਿਪਤੀ ਹੈ ਜਿਹੜੀ ਉਹਦਾ ਸ਼ੇਅਰ ਕਿੰਨਾ ਹੈ,
2/6. If Dipti retires, the new profit sharing ratio between Asha and Nisha will be 3:1. Dipti retire होगी तो पीछे शेयर बचेगा किधर रह गया आशा ते निशा था, ठीक है जी. The continue partners may acquire the share in the profit of retiring party in a proportion there other than their old ratio. So in that case, there is need to compute new profit sharing ratio. ਜਦੋਂ ਉਹਨਾਂ ਨੂੰ ਹੋਰ ਵੀ ਹਿੱਸਾ ਮਿਲਿਆ ਹੁੰਦਾ ਫਿਰ ਉਹਨਾਂ ਦੀ ਨਿਊ ਰੇਸ਼ੋ ਕੀ ਹੋਊਗੀ, ਡਿਫਰੈਂਟ ਹੋਊਗੀ, ਠੀਕ ਹੈ. And it will be equal to sum total of their respective old share. Naveen, Suresh and Tarun are partners sharing profit and losses in the ratio of 5:3. Suresh retired from the firm and his share were acquired by Naveen and Tarun. ਹੁਣ ਇਹ ਐਕਸੈਪਸ਼ਨ ਕੇਸ ਆ ਗਿਆ, ਇਹਦੇ ਵਿੱਚ ਇਹਨਾਂ ਨੇ ਕਿਹਾ ਵੀ ਜਦੋਂ ਨਵੀਨ ਸੁਰੇਸ਼ ਰਿਟਾਇਰ ਹੋ ਰਿਹਾ ਹੈ ਤਾਂ ਉਹ ਜਾਂਦਾ ਹੋਇਆ ਆਪਣਾ ਹਿੱਸਾ ਦੋਹਾਂ ਨੂੰ ਦੇ ਗਿਆ, ਕਿੰਨਾ ਕਿੰਨਾ ਦੇ ਗਿਆ, 2/3 ਔਰ 1/3, ਠੀਕ ਹੈ. 2/3 ਆਪਣੇ ਟੋਟਲ ਹਿੱਸੇ ਦਾ ਉਹ ਕਿਹਨੂੰ ਕਿਹਨੂੰ ਦੇ ਗਿਆ, ਦੋਨਾਂ ਨੂੰ, ਨਵੀਨ ਤੇ ਤਰੁਣ ਨੂੰ ਦੇ ਗਿਆ, ਠੀਕ ਹੈ. ਸੋ ਇਹਦੇ ਨਾਲ ਫਿਰ ਆਪਾਂ ਹੁਣ ਹੈਗੀ ਜਿਹੜੀ ਆਪਣੀ ਇੱਕ ਤਾਂ ਇਹ ਹਿੱਸਾ ਉਹਨਾਂ ਨੂੰ ਮਿਲੇਗਾ ਦੋਨੋਂ ਪਾਰਟਨਰਸ ਨੂੰ, ਇੱਕ ਉਹਨਾਂ ਦਾ ਆਪਣਾ ਆਲਰੇਡੀ ਹਿੱਸਾ, ਸੋ ਦੋਨਾਂ ਨੂੰ ਮਿਲਾ ਕੇ ਉਹਨਾਂ ਦੀ ਜਿਹੜੀ ਆ ਨਿਊ ਰੇਸ਼ੋ ਹੈ ਉਹ ਬਣੂਗੀ. ਗਿਨਿੰਗ ਰੇਸ਼ੋ ਆਪਾਂ ਕੀਤੀ ਹੋਈ ਹੈ ਜੀ, ਨਿਊ ਰੇਸ਼ੋ ਮਾਈਨਸ ਓਲਡ ਰੇਸ਼ੋ. So ਇਹ ਸੀਗਾ, ਇਹਦਾ ਬਿਲਕੁਲ ਸਿੰਪਲ ਜਿਹੇ ਕੁਐਸਚਨ ਨੇ ਕਿ ਜਿਹੜੇ ਸਾਡੇ ਕਵਰ ਹੋ ਰਹੇ ਨੇ ਜੀ ਫਸਟ ਟੌਪਿਕ 'ਚ, ਠੀਕ ਹੈ. ਨੈਕਸਟ ਹੈ ਬੇਟਾ ਸੋ ਇਹਦੇ ਵਿੱਚ ਸੈਕਰੀਫਾਈਸਿੰਗ ਤੇ ਗੇਨਿੰਗ ਰੇਸ਼ੋ ਦਾ ਰੋਲ ਹੈ ਜਿਹੜਾ ਕੀ ਹੈ ਪ੍ਰੋਪਰ ਦਿਖਾਇਆ ਗਿਆ ਸਾਨੂੰ. ਨੈਕਸਟ ਟੌਪਿਕ, ਸੋ ਆਲਮੋਸਟ ਆਪਾਂ ਰੇਸ਼ੋ ਫਾਈਂਡ ਆਊਟ ਕਰਨੀ ਸਿੱਖੀ ਹੋਈ ਹੈ ਗੁੱਡਵਿਲ ਤੋਂ ਪਹਿਲਾਂ, ਠੀਕ ਹੈ. ਸੋ ਟ੍ਰੀਟਮੈਂਟ ਆਫ ਗੁੱਡਵਿਲ ਇਜ਼ ਦਾ ਮੇਨ ਟੌਪਿਕ ਹੈਗਾ. ਰੇਸ਼ੋ ਆਪਾਂ ਆਲਰੇਡੀ ਕਰ ਚੁੱਕੇ ਹਾਂ ਐਡਮਿਸ਼ਨ ਆਫ ਪਾਰਟਨਰਸ ਦੇ ਵਿੱਚ, ਠੀਕ ਹੈ ਜੀ. ਟ੍ਰੀਟਮੈਂਟ ਆਫ ਗੁੱਡਵਿਲ ਦਾ ਟ੍ਰੀਟਮੈਂਟ ਕਿੱਦਾਂ ਕਰਨਾ ਹੈ. ਦਾ ਰਿਟਾਇਰਿੰਗ ਔਰ ਡਿਸੀਜ਼ਡ ਪਾਰਟਨਰ ਇਜ਼ entitled to his share of goodwill at the time of retirement and death because the goodwill has been earned by the firm with the efforts of all the existing partners. Hence, at the time of retirement, death of a partner, goodwill is valued as per agreement. ठीक है जी. जी goodwill कदों वैल्यू की जाती है एग्रीमेंट के अकॉर्डिंग among the partner, the retiring deceased partner compensated for the ਸ਼ੇਅਰ ਆਫ ਗੁੱਡਵਿਲ. ਹਾਂਜੀ, ਹੁਣ ਆਪਾਂ ਨੂੰ ਇੱਕ ਚੀਜ਼ ਪਤਾ ਹੈ ਕਿ ਜਦੋਂ ਇੱਕ ਨਵਾਂ ਪਾਰਟਨਰ ਬਿਜ਼ਨਸ ਦੇ ਵਿੱਚ ਆਉਂਦਾ ਹੈ ਤਾਂ ਉਹ ਕੁਛ ਨਾ ਕੁਛ ਗੁੱਡਵਿਲ ਨਾਲ ਲੈ ਕੇ ਆਉਂਦਾ ਹੁੰਦਾ. ਤਾਂ ਕਿਉਂ ਲੈ ਕੇ ਆਉਂਦਾ ਹੁੰਦਾ, ਕਿਉਂਕਿ ਉਹਨੂੰ ਪਤਾ ਹੈ ਕਿ ਅਗਰ ਮੈਂ ਕਿਸੇ ਬਿਜ਼ਨਸ ਦੇ ਵਿੱਚ ਜਾਊਂਗਾ ਤਾਂ ਮੈਂ ਇੱਕ ਬਣੇ ਬਣਾਏ ਬਿਜ਼ਨਸ ਦੇ ਵਿੱਚ ਇੱਕ ਪਾਰਟਨਰ ਬਣੂੰਗਾ, ਠੀਕ ਹੈ. ਜਿਸ ਨੂੰ ਕੀ ਕੀਤਾ ਹੋਇਆ ਉਹਨਾਂ ਨੇ ਆਪਣੀ ਮਿਹਨਤ ਦੇ ਨਾਲ ਖੜਾ ਕੀਤਾ, ਠੀਕ ਹੈ. ਕਿੰਨੇ ਸਾਲਾਂ ਦੀ ਉਹਨਾਂ ਦੀ ਕਮਾਈ ਹੈ, ਤਾਂ ਉਹ ਨਵੇਂ ਪਾਰਟਨਰ ਤੋਂ ਕੀ ਕਰਨਗੇ, ਗੁੱਡਵਿਲ ਦਾ ਹਿੱਸਾ ਜਿਹੜਾ ਉਹ ਲੈਣਗੇ. ਬਟ ਹੁਣ ਇੱਥੇ ਕੇਸ ਅਲੱਗ ਹੈ ਡੈਥ ਜਾਂ ਰਿਟਾਇਰਮੈਂਟ ਦੇ ਕੇਸ ਦੇ ਵਿੱਚ, ਕਿ ਜਦੋਂ ਵੀ ਇੱਕ ਪਾਰਟਨਰ ਛੱਡ ਕੇ ਜਾਂਦਾ ਬਿਜ਼ਨਸ ਨੂੰ ਜਾਂ ਡੈਥ ਹੋ ਜਾਂਦੀ ਉਹਦੀ, ਤਾਂ ਉਹਨੇ ਜਿੰਨਾ ਵੀ ਟਾਈਮ ਇੱਕ ਬਿਜ਼ਨਸ 'ਚ ਕੰਮ ਕੀਤਾ ਹੈ ਤਾਂ ਉਹਦੀ ਮਿਹਨਤ ਦੇ ਨਾਲ ਉਹਨੇ ਇੱਥੇ ਕੰਮ ਕੀਤਾ, ਤਾਂ ਉਹਦੀ ਮਿਹਨਤ ਜਿਹੜੀ ਹੈਗੀ ਹੈ ਲੱਗੀ ਹੋਈ ਹੈ,
ਆਪਾਂ ਮੰਨਦੇ ਹਾਂ ਕਿ ਤਾਂ ਹੀ ਜਿਹੜੀ ਕੰਪਨੀ ਉਹ ਕੀ ਕਰ ਰਹੀ ਹੈ, ਪੈਸਾ ਕਮਾ ਰਹੀ ਹੈ। ਠੀਕ ਹੈ, ਸੋ ਜਦੋਂ ਉਹ ਰਿਟਾਇਰ ਹੋ ਰਿਹਾ ਤਾਂ ਇਸ ਟਾਈਮ ਤੇ ਜਿਹੜੇ ਰਿਮੇਨਿੰਗ ਪਾਰਟਨਰਸ ਨੇ ਉਹ ਕੀ ਕਰਨਗੇ, ਗੁੱਡਵਿਲ ਪੇ ਕਰਨਗੇ ਕਿਹਨੂੰ, ਜਿਹੜਾ ਪਾਰਟਨਰ ਛੱਡ ਕੇ ਜਾ ਰਿਹਾ। ਕਿਉਂ? ਕਿਉਂਕਿ ਉਹ ਆਪਣਾ ਹੁਣ ਉਹਦੇ ਜਾਣ ਤੋਂ ਬਾਅਦ ਸਾਰਾ ਪ੍ਰੋਫਿਟ ਕਿਹਨੂੰ ਮਿਲੂਗਾ, ਜਿਹੜੇ ਪਾਰਟਨਰ ਬਾਕੀ ਬਚ ਗਏ ਹਨਾ। ਤਾਂ ਹੁਣ ਜਿਹੜਾ ਪਾਰਟਨਰ ਜਾ ਰਿਹਾ ਉਹ ਪ੍ਰੋਫਿਟ ਚ ਹਿੱਸਾ ਤਾਂ ਨਹੀਂ ਲੈ ਸਕਦਾ ਆਪਣੇ ਜਾਣ ਤੋਂ ਬਾਅਦ, ਬਟ ਉਹ ਕੀ ਕਰੂਗਾ, ਉਹ ਗੁੱਡਵਿਲ ਕਲੇਮ ਕਰੇਗਾ ਕਿ ਮੈਨੂੰ ਕੁਛ ਨਾ ਕੁਛ ਹਿੱਸਾ ਜਿਹੜਾ ਗੁੱਡਵਿਲ ਦਾ ਦਿੱਤਾ ਜਾਵੇ। ਕਿਉਂ? ਕਿਉਂਕਿ ਮੈਂ ਵੀ ਇਸ ਆਰਗੇਨਾਈਜੇਸ਼ਨ ਦਾ ਜਿਹੜਾ ਹੈਗਾ ਪਾਰਟ ਰਹਿ ਚੁੱਕੇ ਆ, ਤੇ ਮੇਰੇ ਜਾਣ ਤੋਂ ਬਾਅਦ ਜਿਹੜੇ ਹੈਗੇ ਤੁਸੀਂ ਜਿਹੜੀ ਮੇਰੇ ਜਿਹੜਾ ਕੰਮ ਮੈਂ ਕੀਤਾ ਉਹਦੀ ਜਿਹੜੀ ਥੋੜੀ ਬਹੁਤ ਗੁੱਡਵਿਲ ਹੈ ਜਾਂ ਉਹਦੇ ਨਾਲ ਜਿਹੜੀ ਤੁਸੀਂ ਪ੍ਰੋਫਿਟ ਨੇ ਉਹ ਆਉਣ ਵਾਲੇ ਟਾਈਮ 'ਚ ਕਮਾਓਗੇ, ਤਾਂ ਉੱਥੇ ਗੁੱਡਵਿਲ ਦੀ ਜਿਹੜੀ ਹੈਗੀ ਹੈ ਟ੍ਰੀਟਮੈਂਟ ਹੈ, ਅਮਾਊਂਟ ਹੈ ਜਿਹੜੀ ਉਹ ਕਿਹਨੂੰ ਪੇ ਕੀਤੀ ਜਾਂਦੀ ਹੈ, ਰਿਟਾਇਰਡ ਜਾਂ ਡਿਸੀਜ਼ਡ ਪਾਰਟਨਰ ਨੂੰ। ਠੀਕ ਹੈ ਜੀ। ਹੁਣ ਸਭ ਤੋਂ ਪਹਿਲਾ ਕੇਸ ਕੀ ਹੈ ਇਹਦਾ, 4.4.1 when does goodwill not appear in the books? ਜਦੋਂ ਗੁੱਡਵਿਲ ਹੈ ਜਿਹੜੀ ਉਹ ਬੁੱਕਸ ਆਫ ਅਕਾਊਂਟ ਦੇ ਵਿੱਚ ਹੈ ਹੀ ਨਹੀਂ, ਉਸ ਤੇ ਅਸੀਂ ਕੀ ਟ੍ਰੀਟਮੈਂਟ ਕਰਾਂਗੇ। when goodwill does not appear in the books of the firm, there are 4 ways in which the retirement partner can be given necessary credit or loss if share of goodwill of his share of goodwill. ਹਾਂਜੀ, ਆਪਾਂ ਜਿਹੜਾ ਹੈਗਾ ਫਸਟ ਪੁਆਇੰਟ ਇਹਨਾਂ ਨੇ ਦੇ ਰੱਖਿਆ ਕਿ ਗੁੱਡਵਿਲ ਅਕਾਊਂਟ ਇਜ਼ ਨਾਟ ਰੇਜ਼ਡ ਇਨ ਦਾ ਬੁੱਕਸ ਆਫ ਅਕਾਊਂਟ, ਕਿ ਗੁੱਡਵਿਲ ਅਕਾਊਂਟ ਹੀ ਨਹੀਂ ਆਪਾਂ ਬਣਾਇਆ। ਜਦੋਂ ਕੋਈ ਵੀ ਗੁੱਡਵਿਲ ਨਹੀਂ ਦਿੱਤੀ ਹੋਈ ਸਾਨੂੰ, ਅਪੀਅਰ ਨਹੀਂ ਹੋ ਰਹੀ ਹੈ, ਤਾਂ ਉੱਥੇ ਕੀ ਕਰਾਂਗੇ, ਗੇਨਿੰਗ ਪਾਰਟਨਰ ਕੈਪੀਟਲ ਅਕਾਊਂਟ ਟੂ ਰਿਟਾਇਰਿੰਗ ਪਾਰਟਨਰਸ ਕੈਪੀਟਲ ਅਕਾਊਂਟ। ਗੇਨਿੰਗ ਪਾਰਟਨਰ ਦਾ ਕੈਪੀਟਲ ਅਕਾਊਂਟ ਡੈਬਿਟ ਹੋ ਗਿਆ, ਰਿਟਾਇਰਿੰਗ ਪਾਰਟਨਰ ਦਾ ਕੈਪੀਟਲ ਅਕਾਊਂਟ ਕੀ ਹੋ ਗਿਆ ਜੀ, ਕ੍ਰੈਡਿਟ ਹੋ ਗਿਆ। ਠੀਕ ਹੈ ਜੀ। ਸੋ ਇਸ ਤਰੀਕੇ ਦੇ ਨਾਲ ਗੇਨਿੰਗ ਪਾਰਟਨਰ ਹੈ ਜਿਹੜਾ ਉਹ ਪੇ ਕਿਹਨੂੰ ਕਰੂਗਾ, ਉਹ ਡਿਸੀਜ਼ਡ ਪਾਰਟਨਰ ਨੂੰ ਕਰੂਗਾ। ਠੀਕ ਹੈ, ਕਿਹਦੇ ਵਿੱਚ, ਕਿਹੜੀ ਰੇਸ਼ੋ 'ਚ, ਗੇਨਿੰਗ ਰੇਸ਼ੋ ਦੇ ਵਿੱਚ। ਠੀਕ ਹੈ ਜੀ। ਫਸਟ ਜਿਹੜਾ ਹੈਗਾ ਕੇਸ ਹੈ ਉਹ ਇਹ ਵਾਲਾ। ਸੈਕਿੰਡ ਕੇਸ ਜਿਹੜਾ ਹੈਗਾ, ਗੁੱਡਵਿਲ ਇਜ਼ ਰੇਜ਼ਡ ਐਟ ਇਟਸ ਫੁੱਲ ਵੈਲਿਊ ਐਂਡ ਰਿਟਨ ਆਫ। ਗੁੱਡਵਿਲ ਹੈ ਜਿਹੜੀ ਰੇਜ਼ ਕੀਤੀ ਹੈ ਜਦੋਂ ਆਪਾਂ ਫੁੱਲ ਵੈਲਿਊ ਤੇ ਤਾਂ ਰੇਜ਼ ਕੀਤੀ ਹੈ, ਬਟ ਰਿਟਨ ਆਫ ਕੀ, ਫਿਰ ਉਸੇ ਨੂੰ ਕੀ ਕਰਤਾ ਆਪਾਂ, ਰਿਟਨ ਆਫ ਕਰਤਾ। ਠੀਕ ਹੈ ਜੀ। ਗੁੱਡਵਿਲ ਅਕਾਊਂਟ ਇਜ਼ ਡੈਬਿਟਡ ਵਿਦ ਦਾ ਕਰੰਟ ਵੈਲਿਊ ਆਫ ਗੁੱਡਵਿਲ, ਕ੍ਰੈਡਿਟਡ ਕੈਪੀਟਲ ਅਕਾਊਂਟ ਆਫ ਦਾ ਆਲ ਪਾਰਟਨਰ। ਠੀਕ ਹੈ ਜੀ। ਗੁੱਡਵਿਲ ਪਹਿਲਾਂ ਰੇਜ਼ ਕੀਤੀ ਹੈ, ਦੇਖੋ ਰੇਜ਼ ਕਿਵੇਂ ਕਰਾਂਗੇ, ਗੁੱਡਵਿਲ ਅਕਾਊਂਟ ਟੂ ਆਲ ਪਾਰਟਨਰਸ ਕੈਪੀਟਲ ਅਕਾਊਂਟ। ਠੀਕ ਹੈ, ਗੁੱਡਵਿਲ ਅਕਾਊਂਟ ਤੇ ਆਲ ਪਾਰਟਨਰਸ ਕੈਪੀਟਲ ਅਕਾਊਂਟ, ਤਾਂ ਗੁੱਡਵਿਲ ਰੇਜ਼ ਕੀਤੀ ਹੈ। ਉਸ ਤੋਂ ਬਾਅਦ ਆਪਾਂ ਕੀ ਕਰਾਂਗੇ ਇਹਨੂੰ, ਦੈਨ ਜਿਹੜਾ ਹੈਗਾ ਕੇਸ ਹੈ, ਗੁੱਡਵਿਲ ਅਕਾਊਂਟ ਸੋ ਡੈਬਟਡ ਇਜ਼ ਇਮੀਡੀਏਟਲੀ ਰਿਟਨ ਆਫ ਬਾਈ ਡੈਬਟਿੰਗ ਕੰਟੀਨਿਊ ਪਾਰਟਨਰ। ਹੁਣ ਜਿਹੜੀ ਗੁੱਡਵਿਲ ਹੈ ਇਹਨੂੰ ਕੌਣ ਚਲਾ ਰਿਹਾ, ਕੰਟੀਨਿਊ ਪਾਰਟਨਰਸ ਨੇ ਜਿਹੜੇ, ਉਹ ਉਹਨਾਂ ਦੇ ਉਹ ਚਲਾ ਰਹੇ ਨੇ ਇਹਨੂੰ। ਠੀਕ ਹੈ, ਇਸ ਕਰਕੇ ਉਹਨਾਂ ਦੇ ਅਕਾਊਂਟ 'ਚ ਇਹਨੂੰ ਹੁਣ ਕੀ ਕਰ ਦਾਂਗੇ, ਦੁਬਾਰਾ ਡੈਬਿਟ ਕਰ ਦਾਂਗੇ। ਠੀਕ ਹੈ, ਤਾਂ ਇਹ ਕੀ ਐਂਟਰੀ ਆ ਗਈ, ਬੀਇੰਗ ਦਾ ਗੁੱਡਵਿਲ ਅਕਾਊਂਟ ਰਿਟਨ ਆਫ ਇਨ ਦਾ ਨਿਊ ਪ੍ਰੋਫਿਟ ਸ਼ੇਅਰਿੰਗ ਰੇਸ਼ੋ। ਹਾਂਜੀ, ਇਹ ਰਿਹਾ ਆਪਣੇ ਕੋਲ ਕੇਸ, ਇਫ ਗੁੱਡਵਿਲ ਇਜ਼ ਰੇਜ਼ਡ ਐਟ ਫੁੱਲ ਵੈਲਿਊ ਐਂਡ ਰਿਟਨ ਆਫ ਇਮੀਡੀਏਟਲੀ। ਨਾਲ ਦੀ ਨਾਲ ਆਪਾਂ ਕੀ ਕਰਤਾ, ਰਿਟਨ ਆਫ ਕਰਤਾ। ਪਹਿਲਾਂ ਗੁੱਡਵਿਲ ਹੈ ਜਿਹੜੀ ਉਹਨੂੰ ਰੇਜ਼ ਕੀਤਾ ਤਿੰਨੇ ਪਾਰਟਨਰਸ ਦੇ ਕੈਪੀਟਲ ਅਕਾਊਂਟ 'ਚ, ਉਸ ਤੋਂ ਬਾਅਦ ਉਹਨੂੰ ਕੀ ਕੀਤਾ ਆਪਾਂ ਨੇ, ਰਾਈਟ ਆਫ ਕਰਤਾ। ਠੀਕ ਹੈ ਜੀ, ਕੰਟੀਨਿਊ ਪਾਰਟਨਰ ਟੂ ਗੁੱਡਵਿਲ ਅਕਾਊਂਟ। ਠੀਕ ਹੈ, ਇਹ ਸੀਗਾ ਆਪਣਾ ਸੈਕਿੰਡ ਕੇਸ। ਔਰ ਥਰਡ ਕੇਸ ਹੈ ਜਿਹੜਾ ਉਹ ਕੀ ਕਹਿ ਰਿਹਾ ਸਾਨੂੰ, ਦੇਖੋ ਥਰਡ ਕੇਸ ਦੇ ਅਕੋਰਡਿੰਗ goodwill is raised to the extent of retiring or deceased partner's share and is written off. Goodwill is raised to the extent of retiring partner share and written off immediately. ठीक है, ਰੇਜ਼ ਕੀਤੀ ਹੈ ਗੁੱਡਵਿਲ ਆਪਾਂ ਨੇ, ਰਿਟਾਇਰਿੰਗ ਪਾਰਟਨਰ ਦੇ ਸ਼ੇਅਰ ਤੱਕ ਤੇ ਰਾਈਟ ਆਫ ਕੀਤੀ ਹੈ ਨਾਲ ਦੀ ਨਾਲ। ਹਾਂਜੀ, ਸਭ ਤੋਂ ਪਹਿਲਾਂ ਕੀ ਕਰਾਂਗੇ, ਗੁੱਡਵਿਲ ਅਕਾਊਂਟ ਟੂ ਬੀਜ਼ ਕੈਪੀਟਲ ਅਕਾਊਂਟ।
हाँ जी, पहला की करांगे जिहड़ा पार्टनर रिटायर हो रहा ਉਹਦੇ ਬਰਾਬਰ ਉਹਦਾ ਹਿੱਸਾ ਕੱਢਾਂਗੇ ਆਪਾਂ ਗੁੱਡਵਿਲ ਅਕਾਊਂਟ ਟੂ ਰਿਟਾਇਰਿੰਗ ਔਰ ਡਿਸੀਜ਼ ਪਾਰਟਨਰਸ ਕੈਪੀਟਲ ਅਕਾਊਂਟ। ਠੀਕ ਹੈ, ਜਿੰਨੇ ਦੀ ਗੁੱਡਵਿਲ ਹੈ ਉਹ ਕਿਹਦੇ ਅਕਾਊਂਟ 'ਚ ਕ੍ਰੈਡਿਟ ਹੋਊਗੀ, ਰਿਟਾਇਰੀ ਪਾਰਟਨਰ ਦੇ ਵਿੱਚ। ਠੀਕ ਹੈ, ਤੇ ਇੱਥੇ ਹੀ ਹੁਣ ਆਪਾਂ ਇਹਨੂੰ ਕੀ ਕਰਾਂਗੇ, ਰਾਈਟ ਆਫ ਕਰ ਦਾਂਗੇ ਗੁੱਡਵਿਲ ਨੂੰ। ਠੀਕ ਹੈ, ਗੇਨਿੰਗ ਪਾਰਟਨਰਸ ਕੈਪੀਟਲ ਅਕਾਊਂਟ ਟੂ ਗੁੱਡਵਿਲ ਅਕਾਊਂਟ, ਗੇਨਿੰਗ ਪਾਰਟਨਰਸ ਕੈਪੀਟਲ ਅਕਾਊਂਟ ਟੂ ਗੁੱਡਵਿਲ ਅਕਾਊਂਟ। ਠੀਕ ਹੈ, ਬੀਇੰਗ ਗੁੱਡਵਿਲ ਅਕਾਊਂਟ ਰਿਟਨ ਆਫ ਇਨ ਗੇਨਿੰਗ ਰੇਸ਼ੋ। ਸੋ ਜਿਹੜੀ ਗੁੱਡਵਿਲ ਆਈ ਸੀ ਆਪਣੀ, ਉਹ ਕੀ ਕਰਾਂਗੇ ਆਪਾਂ, ਉਹਨੂੰ ਆਪਾਂ ਰਾਈਟ ਆਫ ਕਰ ਦਾਂਗੇ। ਠੀਕ ਹੈ ਜੀ, ਡੀ ਕੇਸ ਕੀ ਕਹਿ ਰਿਹਾ ਹੁਣ ਆਪਣੇ ਕੋਲ, ਇਫ ਗੁੱਡਵਿਲ ਇਜ਼ ਨਾਟ ਟੂ ਆਫਟਰ ਇਨਫਰਮਸ ਬੁੱਕਸ ਐਟ ਆਲ। ਜੇ ਗੁੱਡਵਿਲ ਹੈ ਜਿਹੜੀ ਗੁੱਡਵਿਲ ਹੈ ਸਾਡੇ ਕੋਲੇ if goodwill is not after in firm's books, ਜੇ ਫਰਮ ਦੀ ਬੁੱਕਸ ਦੇ ਵਿੱਚ ਨਹੀਂ ਹੈਗੀ ਗੁੱਡਵਿਲ, ਤਾਂ ਉਹਦੇ ਲਈ ਕੀ ਸ਼ੋ ਕਰਾਂਗੇ, ਏਜ਼ ਕੈਪੀਟਲ ਅਕਾਊਂਟ ਟੂ ਸੀਜ਼ ਕੈਪੀਟਲ ਅਕਾਊਂਟ, ਏਜ਼ ਕੈਪੀਟਲ ਅਕਾਊਂਟ ਸੀਜ਼ ਕੈਪੀਟਲ ਅਕਾਊਂਟ ਟੂ ਸੀਜ਼ ਕੈਪੀਟਲ ਅਕਾਊਂਟ। ਤੇ ਇਹਨਾਂ ਨੇ ਕੀ ਕਿਹਾ ਹੈ, ਬੀਜ਼ ਸ਼ੇਅਰ ਆਫ ਗੁੱਡਵਿਲ ਐਡਜਸਟ ਟੂ ਰਿਮੇਨਿੰਗ ਪਾਰਟਨਰ ਕੈਪੀਟਲ ਅਕਾਊਂਟ ਇਨ ਦਾ ਗੇਨਿੰਗ ਰੇਸ਼ੋ। ਬੀ ਦਾ ਜਿਹੜਾ ਸ਼ੇਅਰ ਹੈ ਗੁੱਡਵਿਲ ਦਾ, ਉਹ ਕੀ ਕਰਾਂਗੇ ਆਪਾਂ, ਐਡਜਸਟ ਕਰ ਦਾਂਗੇ ਰਿਮੇਨਿੰਗ ਪਾਰਟਨਰ ਤੇ ਕੈਪੀਟਲ ਅਕਾਊਂਟ ਦੇ ਵਿੱਚ। ਨੈਕਸਟ ਇਜ਼ हाँ जी, सानू एक क्वेश्चन दे रखे है, केशव निर्मल एंड पंकज आर पार्टनर्स शेयरिंग प्रॉफिट एंड लॉसेस इन द रेशियो 4:3 निर्मल रिटायर एंड द गुडविल इज वैल्यूड 72,000। हुणे सानू फर्म दी गुडविल आ गई। ठीक है, केशव एंड पंकज डिसाइडेड टू शेयर प्रॉफिट फ्यूचर एंड लॉसेस इन द रेशियो 5:3। 5:3 ਦੇ ਵਿੱਚ ਜਿਹੜਾ ਹੈਗੇ ਨੇ ਫਿਊਚਰ ਤੇ ਪ੍ਰੋਫਿਟਸ ਨੇ ਜਿਹੜੇ ਉਹ ਕੀ ਕਰਨਗੇ, ਡਿਸਟ੍ਰੀਬਿਊਟ ਕਰਨਗੇ। Record necessary journal entries when goodwill is raised at full value and written off immediately when goodwill is not appear to in the books at all। ਤੇ goodwill ਹੈ ਜਿਹੜੀ ਉਹ appear ਨਹੀਂ ਹੋ ਰਹੀ ਹੈਗੀ, ਤਾਂ ਆਪਾਂ ਉੱਥੇ ਕੀ ਕਰਾਂਗੇ, when goodwill is raised and written off, ਪਹਿਲਾ ਕੇਸ ਹੈ ਜਿਹੜਾ ਉਹ ਕੀ ਕਰਾਂਗੇ, ਰੇਜ਼ ਕਰਾਂਗੇ। ਠੀਕ ਹੈ, ਹੁਣ ਇਹ ਸੀਗੀ ਜਿਹੜੀ ਆਪਣੀ ਗੁੱਡਵਿਲ ਹੈ ਗਿਵਨ ਹੈਗੀ 72,000 ਦੀ। ਠੀਕ ਹੈ ਜੀ, ਇਹਨੂੰ ਆਪਾਂ ਇਹਨੂੰ ਰੇਜ਼ ਕੀਤਾ, ਪਹਿਲਾਂ ਆਪਾਂ ਦਿਖਾਇਆ ਕਿ 72,000 ਰੁਪਏ ਦੀ ਗੁੱਡਵਿਲ ਹੈ। ਗੁੱਡਵਿਲ ਅਕਾਊਂਟ ਡੈਬਿਟ ਟੂ ਆਲ ਪਾਰਟਨਰਸ ਕੈਪੀਟਲ ਅਕਾਊਂਟ। ਐਂਡ ਦੈਨ ਜਿਹੜੀ ਹੈਗੀ ਹੈ, ਫਿਰ ਇਹਨੂੰ ਕੰਟੀਨਿਊ ਪਾਰਟਨਰਸ ਨੇ ਜਿਹੜੇ ਜਾਂ ਫਿਰ ਰਿਮੇਨਿੰਗ ਪਾਰਟਨਰਸ ਨੇ ਉਹਨਾਂ ਦੇ ਅਕਾਊਂਟ 'ਚ ਕੀ ਕਰਾਂਗੇ, ਇਹਨੂੰ ਕੰਟੀਨਿਊ ਕਰਾਂਗੇ। ਠੀਕ ਹੈ, ਪਹਿਲਾਂ ਰੇਜ਼ ਕਰਾਂਗੇ, ਦੈਨ ਕੀ ਕਰਾਂਗੇ, ਇਹਨੂੰ ਰਾਈਟ ਆਫ। ਠੀਕ ਹੈ ਜੀ, ਇਹਦੀ ਰਾਈਟ ਆਫ ਕਿੰਨੀ ਹੋਗੀ, 45,000 and 27,000। ਗੁੱਡਵਿਲ ਰਿਟਨ ਆਫ ਇਨ ਦਾ ਨਿਊ ਪ੍ਰੋਫਿਟ ਸ਼ੇਅਰਿੰਗ ਰੇਸ਼ੋ। ਉਸ ਤੋਂ ਬਾਅਦ ਇਹਨਾਂ ਨੇ ਕੀ ਕਿਹਾ ਜੀ, ਵੈਨ ਗੁੱਡਵਿਲ ਇਜ਼ ਨੋਟ ਟੂ ਅਪੀਅਰ, ਜਦੋਂ ਸ਼ੋ ਨਹੀਂ ਕਰਨੀ ਗੁੱਡਵਿਲ, ਤਾਂ ਸਿੰਪਲੀ ਆਪਾਂ ਨੇ ਕੀ ਕਰਨਾ ਹੈ, ਜਿਹੜਾ ਡਿਸੀਜ਼ਡ ਪਾਰਟਨਰ ਹੈ ਉਹਦਾ ਸ਼ੇਅਰ ਦੇਖਾਂਗੇ ਕਿੰਨਾ, ਤੇ ਉਹਦਾ ਸ਼ੇਅਰ ਹੈਗਾ 3/9। ਹੁਣ ਜਿਹੜਾ 3/9 ਸ਼ੇਅਰ ਹੈ, ਠੀਕ ਹੈ, ਉਹਨੂੰ ਪੇ ਕੌਣ ਕਰ ਰਿਹਾ ਹੈ, 3/9 ਸ਼ੇਅਰ ਦੀ ਜਿਹੜਾ ਆਪਾਂ ਗੁੱਡਵਿਲ ਕੱਢਾਂਗੇ 72,000 ਦੇ ਅਕੋਰਡਿੰਗ 24,000 ਦੀ ਗੁੱਡਵਿਲ ਬਣਦੀ ਹੈ, ਤਾਂ ਇਹਨੂੰ ਪੇਮੈਂਟ ਕੌਣ ਕਰੂਗਾ, ਜਿਹੜੇ ਪ੍ਰੋਫਿਟ ਕਮਾ ਰਹੇ ਨੇ। ਹੁਣ ਪ੍ਰੋਫਿਟ ਇੱਕ ਕੇਸ਼ਵ ਕਮਾ ਰਹੇ ਤੇ ਇੱਕ ਪੰਕਜ ਕਮਾ ਰਹੇ। ਠੀਕ ਹੈ, ਸੋ ਇਹਨਾਂ ਨੂੰ ਲੈ ਕੇ ਆਪਾਂ ਜਦੋਂ ਪ੍ਰੋਫਿਟ ਫਾਈਂਡ ਆਊਟ ਕੀਤੇ ਇਹਨਾਂ ਦੇ, ਤੇ ਸਾਡੇ ਕੋਲ ਜਿਹੜੀ ਅਮਾਊਂਟ ਆ ਗਈ ਸੀਗੀ 13,000 ਤੇ 11,000 ਰੁਪਏ ਦੀ। ਕੇਸ਼ਵਸ ਕੈਪੀਟਲ ਅਕਾਊਂਟ, ਪੰਕਜ ਕੈਪੀਟਲ ਅਕਾਊਂਟ ਟੂ ਨਿਰਮਲਸ ਕੈਪੀਟਲ ਅਕਾਊਂਟ, ਇਹਨਾਂ ਦੋਹਾਂ ਨੇ ਮਿਲ ਕੇ ਕਿਹਨੂੰ ਪੇਮੈਂਟ ਕੀਤੀ ਹੈ, ਨਿਰਮਲ। ਠੀਕ ਹੈ ਜੀ।
ਨੈਕਸਟ ਇਜ਼ ਸੋ ਇਹ ਸੀਗਾ ਆਪਣਾ ਗੁੱਡਵਿਲ ਰੇਜ਼ ਕਰਨੀ ਪਹਿਲਾਂ ਤੇ ਰਾਈਟ ਆਫ ਕਰਨੀ, ਬਹੁਤ ਇੰਪੋਰਟੈਂਟ ਹੈ। So all is ਸੋ ਬੇਟਾ ਇਹਦੇ ਨਾਲ ਦੇ ਕੁਐਸਚਨਸ ਨੇ ਜਿਹੜੇ ਤੁਸੀਂ ਟਰਾਈ ਕਰਕੇ ਦੇਖਣੇ ਨੇ। ਜੇ ਨਹੀਂ ਕੋਈ ਕੁਐਸਚਨ ਸਮਝ ਆਉਂਦਾ ਤਾਂ ਆਪਾਂ ਉਹਨੂੰ ਕਲਾਸ ਡਿਸਕਸ ਕਰਾਂਗੇ ਜਾਂ ਫਿਰ ਮੈਂ ਤੁਹਾਨੂੰ ਉਹਦਾ ਆਨਸਰ ਸੋਲੂਸ਼ਨ ਕੱਢ ਕੇ ਦੇਵਾਂਗੀ, ਠੀਕ ਹੈ। ਬਟ ਇਟ ਇਜ਼ ਯੋਰ ਰਿਸਪੋਂਸਿਬਿਲਿਟੀ ਕਿ ਜੋ ਜਿੱਦਾਂ ਕਲਾਸ ਦੇ ਵਿੱਚ ਕੁਐਸਚਨ ਹੋ ਰਹੇ ਨੇ ਤੇ ਉਹਨਾਂ ਦੇ ਨਾਲ ਦੇ ਤੁਸੀਂ ਘਰ ਤੋਂ ਥੋੜ੍ਹੇ ਥੋੜ੍ਹੇ ਕਰਦੇ ਰਹੋ, ਠੀਕ ਹੈ ਜੀ। ਹੁਣ ਇੱਕ ਹੀ ਕੁਐਸਚਨ ਹੈ, ਹਨੀ, ਪੈਮੀ ਐਂਡ ਸਨੀ ਆਰ ਪਾਰਟਨਰਸ ਸ਼ੇਅਰਿੰਗ ਪ੍ਰੋਫਿਟ ਸ਼ੇਅਰ ਕਰ ਰਹੇ ਆ 3:1। ਗੁੱਡਵਿਲ ਹੈ ਜਿਹੜੀ ਸ਼ੋ ਹੋ ਰਹੀ ਹੈ 60,000। ਡੈਫੀਨੇਟਲੀ ਆਪਾਂ ਇਹਨੂੰ ਉੱਦਾਂ ਹੀ ਕਰਾਂਗੇ, ਰੇਜ਼ ਕਰਾਂਗੇ ਪਹਿਲਾਂ, ਫਿਰ ਕੀ ਕਰਾਂਗੇ, ਰਾਈਟ ਆਫ। ਪੈਮੀ ਰਿਟਾਇਰ ਹੋ ਰਹੀ ਹੈ, ਠੀਕ ਹੈ, ਐਂਡ at the time of Emmy's retirement, goodwill is ਜਿਹੜੀ goodwill ਦੀ value ਉਹ ਕੀ ਹੈ 84,000। ਸੋ ਇਹ ਜਿਹੜੀ goodwill 84,000 ਦੀ ਹੈ ਨਹੀਂ ਤੇ ਸਨੀ ਨੇ ਕੀ ਡਿਸਾਈਡ ਕੀਤਾ, ਫਿਊਚਰ ਦੇ ਸ਼ੇਅਰਸ ਨੇ ਜਿਹੜੇ ਪ੍ਰੋਫਿਟਸ ਨੇ 2:1 ਰੇਸ਼ੋ 'ਚ ਕਰਨੇ ਆ, ਠੀਕ ਹੈ ਜੀ। ਸੋ ਸਭ ਤੋਂ ਪਹਿਲਾਂ ਗੁੱਡਵਿਲ ਨੂੰ ਰਾਈਟ ਆਫ ਕਰਾਂਗੇ, ਆਲਰੇਡੀ ਜਿਹੜੀ ਅਪੀਅਰ ਹੋ ਰਹੀ ਹੈ ਜੀ 60,000 ਦੀ। ਉਸ ਤੋਂ ਬਾਅਦ ਹੈ ਨਹੀਂ ਦ ਕੈਪੀਟਲ ਅਕਾਊਂਟ, ਪੈਮੀਜ਼ ਕੈਪੀਟਲ ਅਕਾਊਂਟ, ਸਨੀਜ਼ ਕੈਪੀਟਲ ਅਕਾਊਂਟ, ਮਤਲਬ ਕਿ ਜਿਹੜੇ ਰਿਮੇਨਿੰਗ ਪਾਰਟਨਰਸ ਉਹਨਾਂ ਦੇ ਅਕਾਊਂਟ ਡੈਬਿਟ ਕਰਾਂਗੇ ਤੇ ਜਿਹੜਾ ਪਾਰਟਨਰ ਛੱਡ ਕੇ ਜਾ ਰਹੇ ਜਾਂ ਡੈਥ ਹੋ ਰਹੀ ਹੈ ਉਹਦਾ ਅਕਾਊਂਟ ਕ੍ਰੈਡਿਟ ਕਰਾਂਗੇ। ਸੋ ਇਸ ਤਰੀਕੇ ਦੇ ਨਾਲ ਗੁੱਡਵਿਲ ਰੇਜ਼ ਕੀਤੀ ਹੈ ਪਹਿਲਾਂ ਆਪਾਂ ਨੇ, ਫਿਰ ਕੀ ਕੀਤੀ ਹੈ ਜੀ, ਰਾਈਟ ਆਫ। ਹਾਂਜੀ, ਸੋ ਅੱਜ ਦੇ ਲਈ ਇੰਨਾ ਹੀ ਟੌਪਿਕ ਹੈ ਜਿਹੜਾ ਸਫੀਸ਼ੀਐਂਟ ਹੈ, ਇਸ ਤੋਂ ਜ਼ਿਆਦਾ ਥੋੜ੍ਹਾ ਜਿਹਾ ਲੈਂਥੀ ਹੋ ਜਾਏਗਾ ਫਿਰ। ਸੋ ਇਹਦੇ ਨਾਲ ਦੇ ਕੁਐਸਚਨ ਨੇ ਬੇਟਾ ਤੁਸੀਂ ਸੋਲਵ ਕਰਕੇ ਦੇਖਣੇ ਨੇ। ਅਗਰ ਕਿਸੇ ਵੀ ਸਟੂਡੈਂਟ ਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਆਪਾਂ ਉਹਨੂੰ ਜ਼ਰੂਰ ਸੋਲਵ ਕਰਾਂਗੇ, ਠੀਕ ਹੈ। ਸੋ ਦਿਸ ਇਜ਼ ਆਲ ਫॉर ਟੁਡੇ। ਮਿਲਦੇ ਹਾਂ ਨੈਕਸਟ ਕਲਾਸ ਦੇ ਵਿੱਚ।